ਜਿਵੇਂ ਗਿਆਨ ਕਥਨ ਕੀਤਾ ਹੋਇਆ ਹੈ, ਉਸ ਪਰਮਾਤਮਾ ਦਾ ਜੀਵ ਈਸ਼ ਦੀ ਜਿਵੇਂ ਏਕਤਾ ਕਰਾਈ ਗਈ, ਉਹ ਸਾਰਾ ਗਿਆਨ ਦੱਸਿਆ ਹੋਇਆ, ਉਹ ਰਾਹ ਦੱਸਦੇ ਨੇ ਗ੍ਰੰਥ ਸਾਨੂੰ। ਕਬੀਰ ਜੀ ਕਹਿੰਦੇ ਇੱਦਾਂ ਉਹਨਾਂ ਗ੍ਰੰਥਾਂ ਨੂੰ ਪੜ੍ਹਨਾ ਹੈ, ਪਰ ਪੜ੍ਹਨਾ ਹੈ ਮਨ ਦੇ ਸਮਝਾਉਣ ਵਾਸਤੇ। ਇਹ ਤਾਂ ਗੱਲ ਕਹੀ ਮਨ ਦੇ ਸਮਝਾਉਣ ਵਾਸਤੇ ਕਿਉਂਕਿ ਬਹੁਤਾਤ ਅੰਦਰ ਜਿਹੜੇ ਲੋਕ ਇਹਨਾਂ ਗ੍ਰੰਥਾਂ ਨੂੰ ਪੜ੍ਹਦੇ ਨੇ, ਉਹ ਕੇਵਲ ਸੰਗਤ ਦੀ ਝਗੜਾ ਪਾਉਣ ਵਾਸਤੇ। ਅੱਜ ਵੀ ਦੇਖ ਲਓ, ਆਪਾਂ ਦੇਖਦੇ ਹਾਂ ਜਿੰਨੇ ਵੀ ਕੋਈ ਗਿਆਨੀ ਧਿਆਨੀ ਹੈ, ਕਿੰਨੀਆਂ ਲੜਾਈਆਂ ਇਹਨਾਂ ਦੀਆਂ, ਝਗੜੇ ਚੱਲਦੇ ਪਏ ਆਪਸ ਵਿੱਚ। 4 ਅੱਖਰ ਕੋ ਸੰਗਤ ਜੀ ਗ੍ਰੰਥ ਪੜ੍ਹ ਲੈਂਦਾ ਹੈ, ਫਿਰ ਦੂਜੇ ਦੇ ਨਾਲ ਬਹਿਸਬਾਜ਼ੀ ਕਰਦਾ ਹੈ। ਉਹ ਕਹਿੰਦਾ ਮੈਂ ਹੀ ਆ ਸਾਰਾ ਕੁਝ ਜਾਣਦਾ, ਦੂਜਾ ਕਹਿੰਦਾ ਨਹੀਂ ਮੈਂ ਜਾਣਦਾ, ਮੈਂ ਜ਼ਿਆਦਾ ਗ੍ਰੰਥ ਪੜ੍ਹਿਆ ਹੋਇਆ ਹਾਂ। ਇੱਦਾਂ ਇਹ ਬਹਿਸਬਾਜ਼ੀਆਂ ਵਿੱਚ ਪੈ ਕਰਕੇ ਤੇ ਉਹ ਸਮਾਂ ਆਪਣਾ ਲੰਘਾ ਲੈਂਦੇ। ਕਬੀਰ ਜੀ ਕਹਿੰਦੇ ਇਹ ਜਿਹੜੇ ਗ੍ਰੰਥ ਨੇ ਨਾ ਰਚੇ ਹੋਏ ਪੈਗੰਬਰਾਂ ਦੇ ਜਾਂ ਰਿਸ਼ੀ ਮੁਨੀਆਂ ਦੇ, ਇਹ ਗ੍ਰੰਥ ਝਗੜਾ ਪਾਉਣ ਵਾਸਤੇ ਨਹੀਂ ਉਹਨਾਂ ਨੇ ਰਚੇ ਹਨ। ਇਹ ਕੁਝ ਜਾਣਨ ਵਾਸਤੇ ਅਤੇ ਮਨ ਨੂੰ ਸਮਝਾਉਣ ਵਾਸਤੇ ਉਹਨਾਂ ਰਚੇ ਸੀ। ਇਹ ਗ੍ਰੰਥ ਤਾਂ ਪੜ੍ਹੋ ਸਮਝਣ ਵਾਸਤੇ, ਮਨ ਨੂੰ ਸਮਝਾਉਣ ਵਾਸਤੇ। ਪਰ ਤੁਸੀਂ ਪੜ੍ਹ ਕੇ ਕੁਝ ਗਿਆਨ ਹਾਸਲ ਕਰਕੇ ਅਤੇ ਇੱਕ ਦੂਜੇ ਨਾਲ ਝਗੜਾ ਪਾ ਕੇ ਬਹਿ ਗਏ। ਪਾਂਦਿਆਂ ਦੇ ਨਾਲ ਬ੍ਰਾਹਮਣ ਦੇ ਨਾਲ ਲੜਦਾ ਰਹਿੰਦਾ, ਝਗੜਦਾ ਰਹਿੰਦਾ ਹੈ। ਹੁਣ ਹੋਰ ਜਿੱਦਾਂ ਕੀ ਗੱਲ ਕਰੀਏ, ਆਪਣੇ ਸਿੱਖ ਪੰਥ ਵਿੱਚ ਹੀ ਆਪਾਂ ਦੇਖ ਲਓ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੰਨਾ ਵੇਦਾਂ ਕਤੇਬਾਂ ਦਾ ਜਿਹੜਾ ਗਿਆਨ ਸੀ ਸਾਰਾ ਇਕੱਠਾ ਕਰਕੇ ਅਤੇ ਸਾਨੂੰ ਬੜੀ ਸੌਖੀ ਜਿਹੀ ਬੋਲੀ ਵਿੱਚ ਦੇ ਦਿੱਤਾ। ਜਿਹੜੀ ਬੋਲੀ ਸਾਡੀ ਮਾਂ ਬੋਲੀ ਹੈ, ਜਿਸ ਬੋਲੀ ਵਿੱਚ ਆਪਾਂ ਜੰਮੇ ਪਲੇ ਹਾਂ, ਅਤੇ ਉਸੇ ਬੋਲੀ ਵਿੱਚ ਸਾਰਾ ਇਕੱਠਾ ਕਰਕੇ ਮਹਾਰਾਜ ਨੇ ਸਾਰਾ ਹੀ ਸਾਨੂੰ ਗਿਆਨ ਦੇ ਦਿੱਤਾ। ਉਹ ਗਿਆਨ ਪ੍ਰਾਪਤ ਕਰਕੇ ਅਤੇ ਹਾਲਤ ਉਹੀ ਬਣਾ ਲਈ ਆਪਾਂ ਵੀ, ਜਿੱਥੋਂ ਕਬੀਰ ਜੀ ਰੋਕ ਰਹੇ ਨੇ। ਉਹੀ ਕਰਕੇ ਪੜ੍ਹ ਕੇ 4 ਕਿਤਾਬਾਂ ਅਤੇ ਇੱਕ ਦੂਜੇ ਨਾਲ ਫਿਰ ਬਹਿਸਬਾਜ਼ੀਆਂ ਅਤੇ ਫਿਰ ਝਗੜੇ ਕਰਦੇ ਹਨ। ਅਤੇ ਝਗੜੇ ਦੇ ਨਾਲ ਕੀ ਮਿਲਿਆ ਕਿਸੇ ਨੂੰ? ਨਾ ਮੰਨਣਾ ਉਹਨੇ ਅਤੇ ਨਾ ਮੰਨਣਾ ਉਹਨੇ। ਜਦੋਂ ਮਨ 'ਚ ਬਿਠਾ ਹੀ ਲਿਆ ਕਿ ਮੈਂ ਮੰਨਣਾ ਹੀ ਕੁਝ ਨਹੀਂ, ਤਾਂ ਫਿਰ ਬਹਿਸਬਾਜ਼ੀਆਂ ਦਾ ਕੀ ਫਾਇਦਾ? ਹਾਂ, ਪੁਰਾਣੇ ਸਮੇਂ ਵਿਚਾਰ ਗੋਸ਼ਟੀ ਹੁੰਦੀ ਸੀ, ਚਰਚਾ ਹੁੰਦੀ ਸੀ। ਚਰਚਾ ਹੁੰਦੀ 4 ਪ੍ਰਕਾਰ ਦੀ। ਇੱਕ ਹੁੰਦੀ ਸੰਗਤ ਜੀ ਜਲਪ ਚਰਚਾ, ਇੱਕ ਵਤੰਡਾ, ਇੱਕ ਵਾਦ ਅਤੇ ਇੱਕ ਹੇਤੂ। ਇਹ 4 ਪ੍ਰਕਾਰ ਦੀ ਪੁਰਾਣੇ ਸਮੇਂ ਚਰਚਾ ਹੋਇਆ ਕਰਦੀ ਸੀ। ਇਹਦੇ ਵਿੱਚੋਂ ਇੱਕ ਜਲਪਾ ਅਤੇ ਵਤੰਡਾ। ਜਲਪਾ ਦਾ ਭਾਵ ਹੈ ਕਿ ਪਾਣੀ ਵਿੱਚ ਮਧਾਣੀ, ਨਿਕਲਿਆ ਤਾਂ ਕੁਝ ਨਹੀਂ, ਪਾਣੀ 'ਚ ਮਧਾਣੀ ਪਾ ਛੱਡੋ, ਬਹਿਸੀ ਜਾਓ, ਚਾਹੇ 10 ਸਾਲ ਬਹਿਸ ਕਰ ਲਓ ਕਿਸੇ ਗੱਲ 'ਤੇ। ਜਦੋਂ ਮੰਨਣਾ ਹੀ ਨਹੀਂ ਕਿਸੇ ਨੇ ਤਾਂ ਫਿਰ ਉਹਦਾ ਕੋਈ ਲਾਭ ਤਾਂ ਨਹੀਂ ਹੋਇਆ। ਅਤੇ ਗ੍ਰੰਥ ਕਹਿ ਕੀ ਰਹੇ ਸਨ ਕੁਝ, ਅਤੇ ਬਸ ਉੱਥੇ ਪਾਣੀ 'ਚ ਮਧਾਣੀ ਪਾ ਕੇ ਬਹਿ ਗਏ। ਅੰਦਰ ਉਹ ਜਿੱਧਰ ਗ੍ਰੰਥ ਲੈ ਕੇ ਜਾ ਰਹੇ ਸੀ ਗਏ ਨੂੰ, ਜਿਵੇਂ ਸਾਈਨ ਬੋਰਡ ਹੈ ਕੋਈ ਲੱਗਾ ਹੋਇਆ, ਹੁਣ ਉੱਥੇ ਜਾ ਕੇ ਤਾਂ ਉੱਥੇ ਝਗੜਾ ਪਾ ਕੇ ਬਹਿ ਜੇ। ਅੱਛਾ ਆਹ ਤੀਰ ਐਂ ਨੂੰ ਲੱਗਾ ਹੋਇਆ, ਨਹੀਂ ਆਹ ਤੀਰ ਐਂ ਨੂੰ ਲੱਗਾ, ਐਂ ਨੂੰ ਨਹੀਂ, ਇਹਨੂੰ ਐਂ ਨੂੰ ਕਰ ਦਿਉ, ਇਹ ਐਂ ਨੂੰ ਹੁੰਦਾ ਚੰਗਾ ਸੀ। ਇੱਕ ਦੂਜੇ ਨਾਲ ਲੜ ਪਓ ਉੱਥੇ, ਤਾਂ ਕੀ ਲਾਭ ਹੈ? ਉਹ ਤਾਂ ਕੇਵਲ ਦੱਸ ਰਹੇ ਨੇ ਕਿ ਇੱਥੋਂ ਤੇਰੀ ਮੰਜ਼ਿਲ ਐਂ ਨੂੰ ਅਤੇ ਐਨੂੰ ਤੁਰ ਪਾ। ਪਰ ਮਨੁੱਖ ਸੰਗਤ ਜੀ ਉੱਥੋਂ ਗਿਆਨ ਹਾਸਲ ਕਰਕੇ ਅਤੇ ਉਲਟਾ ਝਗੜਾ ਪਾ ਕੇ ਬਹਿ ਜਾਂਦਾ ਹੈ। ਐਸੀ ਕੁਝ ਕਹਾਣੀ ਬਣੀ ਹੋਈ ਜਿਹਦੇ ਨਾਲ ਲਾਭ ਨਹੀਂ ਮਿਲਿਆ, ਘਾਟਾ ਹੀ ਘਾਟਾ ਪੈ ਗਿਆ। ਇਸ ਕਰਕੇ ਜਿਹੜੇ ਧਰਮ ਦੇ ਗ੍ਰੰਥ ਹੈ ਉਹ ਲੜਾਈ ਦਾ ਵਿਸ਼ਾ ਨਹੀਂ ਹਨ। ਉਹ ਕੁਝ ਗਿਆਨ ਹਾਸਲ ਕਰਨ ਵਾਸਤੇ, ਸੋਹਣੀ ਜ਼ਿੰਦਗੀ ਜਿਉਣ ਵਾਸਤੇ ਨੇ। ਕਿਉਂਕਿ ਜਿਹੜੇ ਰਿਸ਼ੀ ਮੁਨੀ ਹੈ ਉਹਨਾਂ ਨੇ ਕੁਝ ਸੰਗਤ ਦੀ ਘਾਲਣਾ ਘਾਲੀਆਂ, ਕੁਝ ਉਹਨਾਂ ਨੇ ਅਨੁਭਵ ਕੀਤਾ। ਉਹ ਅਨੁਭਵ ਕੁਝ ਪੁਸਤਕਾਂ ਵਿੱਚ ਲਿਖ ਕੇ ਅਤੇ ਸੰਸਾਰ ਦੇ ਲੋਕਾਂ ਦੀ ਭਲਾਈ ਵਾਸਤੇ ਉਹਨਾਂ ਦਿੱਤਾ ਗ੍ਰੰਥ ਲਿਖ ਕਰਕੇ। ਅਤੇ ਪਰੰਤੂ ਜਿਹੜੇ ਹੁਣ ਦੇ ਜੀਵ ਹੈ ਉਹਨਾਂ ਨੂੰ ਪੜ੍ਹ ਕੇ ਕਿਤਾਬਾਂ ਨੂੰ 4 ਅੱਖਰ ਅਤੇ ਆਪਣੇ ਅਗਿਆਨ ਦੇ ਵਿੱਚ ਹੀ ਬਸ ਹੰਕਾਰ ਹੀ ਰਹਿੰਦੇ ਵੀ ਮੈਂ ਆਹ ਗ੍ਰੰਥ ਪੜ੍ਹ ਵੀ। ਤੇਰਾ ਤਾਂ ਨਹੀਂ ਗ੍ਰੰਥ, ਤੂੰ ਤਾਂ ਪੜ੍ਹਿਆ ਹੈ ਕਿਤੋਂ। ਪਹਿਲੀ ਗੱਲ ਤਾਂ ਇਹੀ ਹੈ ਵੀ ਗਿਆਨ ਜਿਹੜਾ ਤੂੰ ਫੜੀ ਫਿਰਦਾ ਹੈ, ਗਿਆਨ ਤੇਰਾ ਥੋੜ੍ਹੀ ਹੈ। ਇਹ ਤਾਂ ਲਿਖੀਆਂ ਹੋਈਆਂ ਕਿਤਾਬਾਂ ਦਾ ਗਿਆਨ ਹੈ, ਤੂੰ ਥੋੜ੍ਹੀ ਬੋਲਦਾ ਹੈ। ਇਹ ਤਾਂ ਤੇਰੇ ਵਿੱਚੋਂ ਉਹ ਫਲਾਣੇ ਦਾ ਗਿਆਨ ਬੋਲ ਰਿਹਾ ਹੈ। ਸੋ ਇਸ ਤਰੀਕੇ ਦੇ ਨਾਲ ਸੰਗਤ ਜੀ ਕਬੀਰ ਜੀ ਸਮਝਾਉਂਦੇ ਬੜੀ ਸੋਹਣੀ ਗੱਲ ਕਿ ਆਹ ਜਿੰਨੇ ਵੀ ਗ੍ਰੰਥ ਹੈ, ਇੱਕ ਪੰਧ ਦਾ, ਇੱਕ ਕਾਜੀ, ਦੋਨੇ ਬੈਠੇ ਨੇ ਨਾ ਕਬੀਰ ਜੀ ਦੇ ਪਾਸ, ਅਤੇ ਦੋਨੇ ਭਾਵ ਭਗਤੀ ਦੀ ਵਿਚਾਰ ਦੇ ਨਾਲ ਬੈਠੇ ਸੀ। ਉਹ ਚਰਚਾ ਜਿਹੜੀ ਸੀ ਸੰਗਤ ਦੀ 4 ਪ੍ਰਕਾਰ ਦੀ। ਜਲਪ ਪਾਣੀ 'ਚ ਮਧਾਣੀ, ਵਤੰਡਾ ਕਹਿੰਦੇ ਆ ਝਗੜਾ। ਵਤੰਡਾਵਾਦ ਭਾਵ ਝਗੜਾ ਪਾ ਕੇ ਬਹਿ ਜਾਣਾ, ਬਸ ਝਗੜਾ ਹੀ ਕਰੀ ਜਾਣਾ, ਇੱਕ ਦੂਜੇ ਨਾਲ ਕੱਢਣਾ ਕੁਝ ਵੀ ਸੱਟਾਣਾ। ਅਤੇ ਇਹ 2 ਬਿਲਕੁਲ ਨਹੀਂ ਕਰਨੀਆਂ। ਚਰਚਾ ਕਿਹੜੀਆਂ ਕਰਨੀਆਂ? 2 ਕਰਨੀਆਂ, ਵਾਦ ਅਤੇ ਹੇਤੂ। ਜਿਹੜੀ ਵਾਦ ਸੰਗਤ ਜੀ ਉਹਦਾ ਭਾਵ ਹੈ ਕਿ ਕੁਝ ਜਾਣਨ ਦੀ ਇੱਛਾ ਲੈ ਕਰਕੇ ਚਰਚਾ ਕਰਨੀ। ਹੇਤੂ ਦਾ ਅਰਥ ਇਸੇ ਤਰੀਕੇ ਦੇ ਨਾਲ ਭਾਵ ਕਿ ਇੱਕ ਤਾਂ ਹੁੰਦਾ ਜਗਿਆਸੂ ਸੰਗਤ ਜੀ, ਕੁਝ ਪ੍ਰਸ਼ਨ ਰੂਪ ਦੇ ਵਿੱਚ। 2 ਪ੍ਰਕਾਰ ਦੀ ਸਿੱਖ ਨੇ ਚਰਚਾ ਕਰਨੀ ਹੈ ਵੀ ਜਿਵੇਂ ਗੁਰਬਾਣੀ ਪੜ੍ਹਦਾ ਹੈ, ਕੁਝ ਸਮਝ ਨਹੀਂ ਪਈ ਤਾਂ ਉਸ ਸਮੇਂ ਜਾ ਕੇ ਕੁਝ ਪ੍ਰਸ਼ਨ ਜਨਮ ਲੈ ਲੈਂਦੇ ਹੈ।
ਉਹਨਾਂ ਫਿਰ ਪ੍ਰਸ਼ਨਾਂ ਨੂੰ ਜਾ ਕੇ ਤੇ ਚਰਚਾ ਕਰਨੀ। ਇਹ ਫਿਰ ਜਿਵੇਂ ਵਾਦ ਵਿੱਚ ਆ ਜਾਂਦੇ ਹੈ, ਭਾਵ ਪ੍ਰਸ਼ਨ ਉੱਤਰ। ਵਾਦ ਦਾ ਅਰਥ ਹੁੰਦਾ ਪ੍ਰਸ਼ਨ ਉੱਤਰ ਕਰੀ ਜਾਣੇ, ਵੀ ਇੱਕ ਨੇ ਪ੍ਰਸ਼ਨ ਕਰਨਾ, ਦੂਜੇ ਕੋ ਉੱਤਰ ਸੁਣਨਾ, ਉਹਦੇ ਕਹੇ ਉੱਤਰ ਵਿੱਚ ਫਿਰ ਪ੍ਰਸ਼ਨ ਕਰਨਾ, ਕੁਝ ਸਮਝਣ ਦੀ ਭਾਵਨਾ ਨਾਲ, ਸ਼ੰਕੇ ਦੀ ਭਾਵਨਾ ਨਾਲ ਨਹੀਂ। ਇੱਕ ਤਾਂ ਇਹ ਚਰਚਾ ਸਿੱਖ ਨੇ ਕਰਨੀ ਹੈ, ਇੱਕ ਹੇਤੂ ਭਾਵ ਗਿਆਨ ਦੀ ਅੰਦਰ ਭਾਵਨਾ ਰੱਖ ਕਰਕੇ ਵੀ ਜਾ ਕੇ ਬਸ ਬਹਿ ਜਾਣਾ ਜੀ ਵੀ ਮੈਨੂੰ ਆਹ ਸ਼ਬਦ ਹੈ ਇਹਦੇ ਬਾਰੇ ਸਮਝਾ ਦਿਓ। ਆਪਣੇ ਵੱਲੋਂ ਕੋਈ ਦਲੀਲ ਨਹੀਂ ਦੇਣੀ, ਦੂਜੇ ਦੀ ਕਹੀ ਹੋਈ ਦਲੀਲ 'ਤੇ ਪੂਰਨ ਵਿਸ਼ਵਾਸ ਰੱਖਣਾ ਅਤੇ ਗੁਰੂ ਦੇ ਬਚਨਾਂ 'ਤੇ ਸ਼ਰਧਾ ਰੱਖਣੀ। ਇਸ ਪ੍ਰਕਾਰ ਸੁਣ ਕੇ ਤੇ ਆਪਣਾ ਘਰ ਪੂਰਾ ਕਰਨਾ। ਇਹਦਾ ਇਹ ਦੋ ਪ੍ਰਕਾਰ ਦੀ ਚਰਚਾ ਵਾਦ ਅਤੇ ਹੇਤੂ ਕਰਨੀ ਹੈ, ਜਲਬ ਅਤੇ ਵਤੰਡਾ ਨਹੀਂ ਕਰਨੀ। ਪਰੰਤੂ ਬਹੁਤਾਤ ਅੰਦਰ ਜਲਬ ਅਤੇ ਵਤੰਡਾ ਇਹੀ ਚਰਚਾ ਹੋ ਰਹੀ ਹੈ ਅਤੇ ਬਾਣੀ ਇਸ ਗੱਲੋਂ ਸਾਨੂੰ ਰੋਕ ਰਹੀ ਹੈ ਵੀ ਕਿਉਂ ਇਹਨਾਂ ਦੇ ਵਿੱਚ ਪੈ ਕੇ ਤੇ ਆਪਣਾ ਜੀਵਨ ਬਰਬਾਦ ਕਰਦੇ ਹੋ। ਜਿਵੇਂ ਮਸਕੀਨ ਜੀ ਦੱਸਦੇ, ਕਹਿੰਦੇ ਇੱਕ ਵਾਰ ਮੇਰੇ ਪਾਸ ਇੱਕ ਮਨੁੱਖ ਆ ਗਿਆ, ਕਹਿਣ ਲੱਗਾ ਮਸਕੀਨ ਜੀ ਤੁਹਾਡੇ ਨਾਲ ਚਰਚਾ ਕਰਨੀ। ਮਸਕੀਨ ਜੀ ਕਹਿੰਦੇ ਅੱਛਾ ਭਾਈ, ਕਾਹਦੇ ਵਿਸ਼ੇ 'ਤੇ ਚਰਚਾ ਕਰਨੀ ਹੈ? ਕਹਿਣ ਲੱਗਾ ਜੀ ਮੈਂ ਤੁਹਾਡੇ ਨਾਲ ਦਸਮ ਗ੍ਰੰਥ ਬਾਰੇ ਚਰਚਾ ਕਰਨੀ ਹੈ। ਵੀ ਦਸਮ ਗ੍ਰੰਥ ਜਿਹੜਾ ਇਹਦੇ ਵਿੱਚ ਬਹੁਤ ਕੁਝ ਗਲਤ ਹੈ। ਮਸਕੀਨ ਜੀ ਕਹਿੰਦੇ ਚੁੱਪ ਕਰ, ਪਹਿਲਾਂ ਮੈਨੂੰ ਇਹਦਾ ਜਵਾਬ ਦੇ ਕਿ ਤੂੰ ਦਸਮ ਗ੍ਰੰਥ ਦੇ ਦਰਸ਼ਨ ਕੀਤੇ ਹੈ? ਕਹਿੰਦਾ ਜੀ ਨਹੀਂ। ਕਹਿੰਦੇ ਤੂੰ ਦਸਮ ਗ੍ਰੰਥ ਦਾ ਪਾਠ ਪੜ੍ਹਿਆ ਹੈ? ਕਹਿੰਦਾ ਜੀ ਨਹੀਂ। ਅਤੇ ਕਹਿੰਦੇ ਫਿਰ ਇੱਥੋਂ ਚਲਾ ਜਾ ਤਾਂ ਚੰਗਾ ਹੋਵੇਗਾ। ਤੂੰ ਨਾ ਗ੍ਰੰਥ ਦੇਖਿਆ, ਨਾ ਤੂੰ ਗ੍ਰੰਥ ਪੜ੍ਹਿਆ ਆਪ, ਅਤੇ ਫਿਰ ਉਹਦੇ ਬਾਰੇ ਚਰਚਾ ਕੀ ਕਰਨੀ ਮੇਰੇ ਨਾਲ ਤੂੰ ਆ ਕੇ? ਇਹ ਜਿਹੜੇ ਤੇਰੇ ਸਵਾਲ ਨੇ ਉਹ ਤੇਰੇ ਥੋੜ੍ਹੀ ਹੈ, ਸਵਾਲ ਤਾਂ ਉਹਦੇ ਹੈ ਜਿਹਨੇ ਕਿਸੇ ਬੰਦੇ ਨੇ ਸ਼ੰਕਾ ਪਾਇਆ ਹੋਇਆ ਹੈ। ਤੂੰ ਤਾਂ ਉਹਦੀ ਚਰਚਾ ਹੋਏਗੀ, ਤੇਰੀ ਥੋੜ੍ਹੀ ਚਰਚਾ ਹੈ। ਤਾਂ ਜੇ ਤੂੰ ਚਰਚਾ ਕਰਨੀ ਪਹਿਲਾਂ ਦਸਮ ਗ੍ਰੰਥ ਦੇ ਦਰਸ਼ਨ ਕਰ, ਦਸਮ ਗ੍ਰੰਥ ਦਾ ਸਾਰਾ ਪਾਠ ਪੜ੍ਹ, ਤੈਨੂੰ ਪਤਾ ਚੱਲੇ ਉਹਦੇ ਵਿੱਚ ਲਿਖਿਆ ਕੀ ਹੈ। ਬਸ ਇੱਕ ਦੂਜੇ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਲੈ ਕੇ ਤੂੰ ਆ ਗਿਆ, ਤੇਰੀ ਥੋੜ੍ਹੀ ਚਰਚਾ ਇਹ ਤਾਂ ਉਹਦੀ ਚਰਚਾ ਜਿਹਨੇ ਕੋਈ ਸਵਾਲ ਕੀਤਾ ਸੀ, ਸੁਣ ਕੇ ਸ਼ਰਮਿੰਦਾ ਹੋਇਆ ਸੀ। ਸੋ ਇਸ ਤਰੀਕੇ ਦੇ ਨਾਲ ਸੰਗਤ ਜੀ ਕੋਈ ਝਗੜੇ ਵਾਲੀਆਂ ਗੱਲਾਂ ਨਹੀਂ ਬਾਣੀ ਸਾਨੂੰ ਸਿਖਾਉਂਦੀ, ਝਗੜੇ ਮੇਟਦੀ ਹੈ ਬਾਣੀ। ਅਤੇ ਪਰ ਇਹੋ ਜਿਹੇ ਹੁਣ ਸਿੱਖ ਬਣ ਗਏ, ਬਾਣੀ ਪੜ੍ਹ ਕੇ ਵੀ ਝਗੜਾ ਕਰੀ ਜਾ ਰਹੇ, ਇੱਥੋਂ ਤੱਕ ਬਾਣੀ 'ਤੇ ਹੀ ਝਗੜਾ ਕਰੀ ਜਾਂਦੇ ਹੈ। ਨਹੀਂ ਜੀ ਆਹ ਦੇਖੋ ਬਾਣੀ ਨੇ ਇੱਥੇ ਐਂ ਕਿਹਾ, ਦੂਜਾ ਕਹਿੰਦਾ ਨਹੀਂ ਜੀ ਬਾਣੀ ਨੇ ਇਹ ਐਂ ਕਿਹਾ। ਉਹਦਾ ਸਾਰ ਅੰਸ਼ ਦੇਖਦੇ ਨਹੀਂ ਵੀ ਮਹਾਰਾਜ ਦੀ ਬਾਣੀ ਦਾ ਸਾਰ ਸਿਧਾਂਤ ਕੀ ਨਿਕਲ ਰਿਹਾ ਹੈ। ਆਪ ਵੀ ਜਿਸ ਟਾਹਣੇ 'ਤੇ ਬੈਠੇ ਉਸੇ ਨੂੰ ਵੱਢੀ ਜਾ ਰਹੇ ਹੈ। ਜਿਸ ਬਾਣੀ ਦੇ ਆਸਰੇ ਸੰਗਤ ਜੀ ਉਹ ਪ੍ਰਚਾਰ ਕਰਦੇ, ਉਸੇ ਬਾਣੀ ਦਾ ਖੰਡਨ ਵੀ ਕਰੀ ਜਾ ਰਹੇ। ਨਹੀਂ ਜੀ ਬਾਣੀ ਨਹੀਂ, ਇੱਦਾਂ ਨਹੀਂ, ਐ ਮੰਨੋ। ਇਸ ਤਰ੍ਹਾਂ ਕੁਝ ਭਾਵ ਬਣੇ ਪਏ ਹਨ। ਸੋ ਕਬੀਰ ਜੀ ਕਹਿੰਦੇ ਇਹ ਸਾਰਾ ਕੁਝ ਧਾਰਮਿਕ ਗ੍ਰੰਥ ਜਿਹੜੇ ਨੇ ਮਨ ਨੂੰ ਸਮਝਾਉਣ ਵਾਸਤੇ ਪੜ੍ਹੀ ਦੇ ਨੇ, ਨਾ ਕਿ ਲੜਾਈ ਝਗੜਾ ਪਾਉਣ ਵਾਸਤੇ। ਹਾਂ, ਨਹੀਂ ਕਿਸੇ ਗੱਲ ਦਾ ਸਾਨੂੰ ਭੇਦ ਪਤਾ ਲੱਗਾ ਤਾਂ ਉਹ ਫਿਰ ਭੇਦ ਜਿਹੜਾ ਹੈ ਵਾਦ ਅਤੇ ਹੇਤੂ, ਇਹ ਦੋ ਚਰਚਾ ਕਰਕੇ ਗੁਰਸਿੱਖਾਂ ਦੇ ਨਾਲ ਜਿਨ੍ਹਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੋਵੇ ਉਹਨਾਂ ਤੋਂ ਪੁੱਛ ਲੈਣਾ ਚਾਹੀਦਾ ਹੈ। ਇੱਦਾਂ ਇਹ ਚਰਚਾ ਕਰ ਲਵੇ ਅਤੇ ਐਵੇਂ ਕਿਸੇ ਗੱਲ ਉੱਤੇ ਆਪਣੇ ਕੋਲੋਂ ਹੀ ਅਰਥ ਬਣਾ ਕਰਕੇ ਅਤੇ ਝਗੜਾ ਪਾ ਕੇ ਬਹਿ ਜਾਣਾ, ਇਹਦੇ ਨਾਲ ਕਹਿੰਦੇ ਕੋਈ ਮਨੋਰਥ ਸਿੱਧ ਨਹੀਂ ਹੁੰਦਾ ਹੈ। ਸੋ ਇਸ ਕਰਕੇ ਕਹਿੰਦੇ ਕਬੀਰ ਸਾਹਿਬ, ਹੇ ਕਾਜੀ ਅਤੇ ਹੇ ਪਾਂਦਾ ਜੀ, ਆ ਜਿੰਨੇ ਵੀ ਗ੍ਰੰਥ ਹਨ ਸਾਰੇ ਇਹ ਮਨ ਨੂੰ ਸਮਝਾਉਣ ਵਾਸਤੇ ਹੀ ਪੜ੍ਹਨਾ ਕਰੀਦੇ ਹਨ। ਹਾਂ, ਇਹਨਾਂ ਦਾ ਜਿਹੜਾ ਕਛੂਕ ਪੜ੍ਹੀਏ ਗਿਆਨ, ਕੁਝ ਕੁ ਜਿਹੜਾ ਗਿਆਨ ਹੈ ਉਹ ਪ੍ਰਾਪਤ ਕਰੀਦਾ ਹੈ। ਇਹਦੇ ਰਾਹੀਂ ਕੁਝ ਕੁ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ। ਇਹ ਵੀ ਵੇਖੋ ਕਿੱਡੀ ਗੁੱਝੀ ਰਮਜ ਹੈ। ਪੂਰਨ ਗਿਆਨ ਨਹੀਂ ਕਿਹਾ, ਕਛੂਕ। ਗ੍ਰੰਥ ਨੂੰ ਪੜ੍ਹਨ ਦੇ ਨਾਲ ਸੰਗਤ ਜੀ ਕੁਝ ਸਾਨੂੰ ਪਰਮਾਤਮਾ ਦੇ ਬਾਰੇ ਪਤਾ ਚੱਲਿਆ। ਪਰਮਾਤਮਾ ਮਿਲਿਆ ਨਹੀਂ ਅਜੇ। ਮਿਲੂਗਾ ਕਿਵੇਂ? ਜਦੋਂ ਮਨ ਅੰਦਰ ਵੈਰਾਗ ਧਾਰਨ ਕਰਾਂਗੇ, ਧਾਰਨ ਕਰਕੇ ਸ਼ਬਦ ਉੱਪਰ ਸ਼ਰਧਾ ਰੱਖ ਕੇ ਸ਼ਬਦ ਦਾ ਅਭਿਆਸ ਕਰਾਂਗੇ। ਅਭਿਆਸ ਕਰਦਿਆਂ ਕਰਦਿਆਂ ਜਦੋਂ ਸਾਡਾ ਮਨ ਨਹੀਂ ਸ਼ਬਦ ਰੂਪ ਹੀ ਹੋ ਗਿਆ ਅਤੇ ਉਸ ਸਮੇਂ ਫਿਰ ਸੰਗਤ ਜੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਤਾਂ ਮਾਰੇ ਕਹਿੰਦੇ ਇੱਥੇ ਕਬੀਰ ਜੀ ਨੇ ਗੁੱਝੀ ਸਾਨੂੰ ਗੱਲ ਸਮਝਾਈ ਕਿ ਦੇਖੋ ਗ੍ਰੰਥਾਂ ਨੂੰ ਪੜ੍ਹਨ ਦੇ ਨਾਲ ਕੁਝ ਕੁ ਗਿਆਨ ਪ੍ਰਾਪਤ ਹੁੰਦਾ ਹੈ। ਉਹ ਗਿਆਨ ਮਨ ਨੂੰ ਸਮਝਾਉਣ ਵਾਸਤੇ ਕੁਝ ਪ੍ਰਾਪਤ ਹੋਇਆ ਸੀ। ਇਹ ਨਹੀਂ ਕਿ ਉਹਦੇ ਨਾਲ ਸਾਡਾ ਘਰ ਪੂਰਾ ਹੋ ਗਿਆ, ਸਾਡਾ ਮਨੋਰਥ ਸਿੱਧ ਹੋ ਗਿਆ। ਮਨੁੱਖਾ ਜਨਮ ਦਾ ਮਨੋਰਥ ਹੈ ਅਸਲੀ ਪਰਮਾਤਮਾ ਦੀ ਪ੍ਰਾਪਤੀ। ਅਤੇ ਜਿੰਨਾ ਚਿਰ ਉਹ ਨਹੀਂ ਹੁੰਦਾ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਚਿਰ ਤਾਂ ਸਾਡਾ ਕੋਈ ਕਾਰਜ ਸਿੱਧ ਹੈ ਹੀ ਨਹੀਂ। ਚਾਹੇ ਜੋ ਮਰਜ਼ੀ ਗਿਆਨ ਜਿੰਨਾ ਮਰਜ਼ੀ ਬੰਦਾ, ਚਾਹੇ ਚੰਦਰਮਾ ਛੱਡ ਕੇ ਸੂਰਜ 'ਤੇ ਵੀ ਪਹੁੰਚ ਜਾਵੇ, ਨਹੀਂ ਹੈ ਉਹਨਾਂ ਚਿਰ ਦਾ ਕਾਰਜ ਸਿੱਧ ਹੋਣਾ। ਕਾਰਜ ਹੈ ਮਨੁੱਖਾ ਜਨਮ ਦਾ ਪਰਮਾਤਮਾ ਦੀ ਪ੍ਰਾਪਤੀ। ਤੋ ਕਬੀਰ ਜੀ ਕਹਿੰਦੇ ਗ੍ਰੰਥਾਂ ਨੂੰ ਪੜ੍ਹ ਕੇ ਕੁਝ ਗਿਆਨ ਪ੍ਰਾਪਤ ਹੋਇਆ। ਕਛੂਕ ਪੜ੍ਹਿਆ ਕੁਛ ਕੁ ਗਿਆਨ ਮਿਲਿਆ ਹੈ, ਉਸ ਰਸਤੇ ਦੇ ਬਾਰੇ ਜਾਣਕਾਰੀ ਮਿਲੀ ਹੈ।
ਹੁਣ ਜੇ ਰਸਤੇ ਦੇ ਬਾਰੇ ਕਿਸੇ ਨੇ ਦੱਸ ਦਿੱਤਾ ਕਿ ਇੱਥੋਂ ਬਾਈ ਸ੍ਰੀ ਅੰਮ੍ਰਿਤਸਰ ਸਾਹਿਬ ਸਾਡਾ ਵੱਡਾ ਸਥਾਨ ਹੈ, ਕੇਂਦਰੀ ਸਥਾਨ ਹੈ, ਉਹਦਾ ਰਸਤਾ ਇੱਥੋਂ ਐਂ ਥਾਣੀ ਚਲੇ ਜਾਓ ਤਾਂ ਉਹ ਸਿੱਧੀ ਸੜਕ ਹੈ, ਤਾਂ ਐਂ ਤੁਸੀਂ ਮੰਜ਼ਿਲ 'ਤੇ ਪਹੁੰਚ ਜਾਓਗੇ। ਇੱਥੋਂ ਮੋਗੇ ਚਲੇ ਜਾਓ, ਮੋਗੇ ਤੋਂ ਸਿੱਧੀ ਸੜਕ ਅੰਮ੍ਰਿਤਸਰ ਸਾਹਿਬ ਨੂੰ ਵਧੀਆ ਬਣੀ ਹੋਈ ਉੱਧਰ ਨੂੰ ਚਲੇ ਜਾਓ, ਇਹ ਰਸਤਾ ਸਿੱਧਾ। ਸੁਣ ਲਿਆ, ਹੁਣ ਚੱਲਾਂਗੇ ਰਸਤੇ 'ਤੇ ਤਾਂ ਹੀ ਪਹੁੰਚਾਂਗੇ ਨਾ। ਹੁਣ ਬੈਠੇ ਇੱਥੇ ਰਹੀਏ ਅਤੇ ਉੱਥੇ ਲੜਾਈ ਝਗੜਾ ਪਾਈ ਜਾਈਏ ਆਪਾਂ, ਤਾਂ ਇਸ ਤਰੀਕੇ ਨਾਲ ਗੱਲ ਨਹੀਂ ਬਣਦੀ, ਆਪ ਤੁਰਨਾ ਪੈਂਦਾ ਹੈ। ਇੱਦਾਂ ਸਾਨੂੰ ਗੁਰੂ ਸਾਹਿਬ ਦੇ ਸ਼ਬਦਾਂ ਨੇ ਸੇਧ ਦਿੱਤੀ ਹੈ, ਬਾਣੀ ਨੇ। ਉਹ ਧਾਰਮਿਕ ਗ੍ਰੰਥ ਸਾਰੇ ਸੇਧਾਂ ਦਿੰਦੇ ਹੈ, ਅਤੇ ਮਨੁੱਖ ਨੇ ਕੀ ਕਰਨਾ, ਉਹਦੇ ਰਾਹੀਂ ਸੰਗਤ ਦੀ ਚੱਲਣਾ ਹੈ। ਜੇ ਚੱਲੇਗਾ ਤਾਂ ਕੁਝ ਭੇਦ ਨੂੰ ਪ੍ਰਾਪਤ ਹੋਏਗਾ ਪੂਰਾ। ਸੋ ਇਸ ਕਰਕੇ ਦੱਸਿਆ ਇੱਥੇ ਕਿ ਮਨ ਨੂੰ ਸਮਝਾਉਣ ਵਾਸਤੇ ਕੁਝ ਗਿਆਨ ਪੜ੍ਹੀਦਾ ਹੈ ਅਤੇ